ਇਹਦਾ ਮਤਲਬ ਆ ਮੇਰੇ ਕੋਲ ਇੱਕ ਕੋਈ ਪੁਆਇੰਟ ਡਿਫਾਈਨ ਕਰ ਲਿਆ where we assume the whole mass of the body is supposed to be concentrated। ਇਹਦਾ ਮਤਲਬ ਇਹਨਾਂ ਦੋਨਾਂ ਮਾਸਿਸ ਦੇ ਇਕੁਇਵਲੈਂਟ ਮਾਸ, ਇਹਨਾਂ ਦੋਨਾਂ ਮਾਸਿਸ ਦੇ ਮਿਲਾ ਕੇ ਇਕੁਇਵਲੈਂਟ ਮਾਸ ਜਿਹੜਾ ਵਾ ਉਹ ਅਸੀਂ ਅਸਿਊਮ ਕਰਦੇ ਪਏ ਆ ਕੋਈ ਪੁਆਇੰਟ ਤੇ ਹੋਏਗਾ, ਤੇ ਮੈਂ ਡਾਇਰੈਕਟ ਇਸ ਮਾਸ ਦੀ ਮੋਸ਼ਨ ਜੇ ਸਟੱਡੀ ਕਰ ਲਵਾਂ ਤੇ ਰਿਜ਼ਲਟ ਉਹੀ ਹੋਣਗੇ ਜਿਹੜੇ ਆ ਦੋਨਾਂ ਇੰਡੀਵਿਜੂਅਲ ਪਾਰਟੀਕਲ ਦੀ ਮੋਸ਼ਨ ਨੂੰ ਸਟੱਡੀ ਕਰਕੇ ਆਉਂਦੇ ਬੇਟਾ। ਉਹਨੇ ਕਿਹਾ ਫਿਰ ਇਸ ਚੀਜ਼ ਨੂੰ ਸੋਲਵ ਕਰਨ ਵਾਸਤੇ ਹੈ ਨਾ ਤੁਹਾਡੇ ਕੋਲ ਮੈਥਮੈਟਿਕਲ ਫਾਰਮੂਲਾ ਕਿਹੜਾ ਡਰਾਈਵ ਹੋਏਗਾ, ਤੇ ਵੀ ਆਰ ਕੰਸੀਡਰਿੰਗ ਆਪਣਾ ਜਨਰਲ ਕੇਸ ਇੱਕ ਆਪਾਂ ਇਹਨੂੰ ਬਣਾ ਕੇ ਚੱਲੀਏ ਤੇ ਟੌਪਿਕ ਆਪਣਾ ਬਣ ਜਾਏਗਾ center of mass of two particle system। Center of mass of two particle system यानी we have a two particle system and we are calculating their center of mass। ਤੇ ਬੇਟਾ ਉਹਦਾ ਮਤਲਬ ਇਹ ਆ ਕਿ ਤੁਸੀਂ given system ਦੇ ਅੰਦਰ ਤੁਸੀਂ center of mass ਦੀ ਪੋਜੀਸ਼ਨ ਲੱਭਣੀ ਆ ਕਿ ਕਿੱਥੇ ਆ। ਜੇ ਤੁਹਾਡੇ ਕੋਲ ਦੋਨਾਂ ਪਾਰਟੀਕਲ ਦੇ ਇੰਡੀਵਿਜੂਅਲ ਮਾਸਸ ਤੇ ਦੋਨਾਂ ਪਾਰਟੀਕਲ ਦੀ ਇੰਡੀਵਿਜੂਅਲ ਪੋਜੀਸ਼ਨ ਪਤਾ ਹੋਵੇ ਤੇ ਫਿਰ ਉਹਦੇ ਅਕੋਰਡਿੰਗਲੀ ਸੈਂਟਰ ਆਫ ਮਾਸ ਉਸ ਟੂ ਪਾਰਟੀਕਲ ਸਿਸਟਮ ਦਾ ਕਿੱਥੇ ਲਾਈ ਕਰੇਗਾ। क्या ਇੰਨੀ ਗੱਲ ਸਮਝ ਆਈ? Yes sir। Yes, Yes sir. sir। ਇਹ ਵੀ ਡਾਇਗਰਾਮ ਵਾਈਜ਼ ਸਮਝਿਓ ਇਸ ਚੀਜ਼ ਨੂੰ। ਆਪਾਂ ਡਿਫਾਈਨ ਇਹ ਕਰਦੇ ਪਏ ਕਿ ਆਪਣੇ ਕੋਲ ਇੱਕ ਸਿਸਟਮ ਆ ਜਿਹਦੇ ਵਿੱਚ ਦੋ ਪਾਰਟੀਕਲਸ ਨੇ, ਇੱਕ ਪਾਰਟੀਕਲ m1 ਮਾਸ ਦਾ which lies at a position vector r1 from origin, second particle ਮੇਰੇ ਕੋਲ ਜਿਹੜਾ b point ਦਾ ਲਾਈ ਕਰਦਾ ਪਿਆ ਮਾਸ m2 ਆ ਗਿਆ, ठीक है जी, which lie at a position vector r2 from origin। क्या क्लियर है वेरिएबल? Yes, Yes, sir. Yes sir। कि भी जे सच आ दोनों पार्टिकल्स ने ਇਹਨਾਂ ਦੀ origin ਤੋਂ position ਆ ਗਈ ਤੇ let me say the line joining the two particle will contain that point where center of mass will lie। यानी ਜਿਹੜੇ ਇਹਨਾਂ ਦੋਨਾਂ ਪਾਰਟੀਕਲ ਨੂੰ ਜੁਆਇਨ ਕਰਨ ਵਾਲੀ ਲਾਈਨ ਹੋਏਗੀ ਇਸ ਲਾਈਨ ਦੇ ਉੱਤੇ ਇਸ ਏ ਦੀ ਲਾਈਨ ਦੇ ਉੱਤੇ ਕਿਤੇ ਉਹ ਪੁਆਇੰਟ ਆ ਜੇ ਅਸੀਂ ਮੰਨ ਕੇ ਚੱਲਾਂਗੇ ਇਸ ਪੂਰੀ ਬਾਡੀ ਦਾ ਮਾਸ ਜਿਹੜਾ ਉਸ ਪੁਆਇੰਟ ਤੇ ਲਾਈ ਕਰਦਾ ਪਿਆ, ਠੀਕ ਹੈ। ਤੇ ਲੈਟ ਵੀ ਕੰਸੀਡਰ ਆ ਸੀ ਮੇਰੇ ਕੋਲ ਪੋਜੀਸ਼ਨ ਆ ਗਈ, ਲੈਟ ਸੀ ਬੀ ਦਾ ਪੋਜੀਸ਼ਨ, ठीक है, where we assume the whole mass of the body is to be like, यानी C मेरी वो पोजीशन आ जिथे ਅਸੀਂ ਮੰਨਾਂਗੇ ਪੂਰੀ ਬਾਡੀ ਦਾ ਮਾਸ ਜਿਹੜਾ ਉਹ ਲਾਈ ਕਰਦਾ ਬੇਟਾ, ਤੇ C ਦਾ ਜਿਹੜਾ ਪੋਜੀਸ਼ਨ ਵੈਕਟਰ ਆ ਇਹਨੂੰ ਅਸੀਂ R ਕੈਪੀਟਲ ਨਾਲ ਡਿਫਾਈਨ ਕਰ ਦਿੰਨੇ। ਹੁਣ ਮੇਰੇ ਨੋਨ ਵੇਰੀਏਬਲ ਕੀ ਆ m1 m2 ਦੋਨਾਂ ਪਾਰਟੀਕਲ ਦੇ ਮਾਸਸ ਨੋਨ ਆ, ਦੋਨਾਂ ਦੀ origin ਤੋਂ ਪੋਜੀਸ਼ਨ ਨੋਨ, ठीक है। ਤੇ ਮੈਂ ਕੈਲਕੂਲੇਟ ਕਰਨਾ ਇਸ ਪੋਜੀਸ਼ਨ ਵੈਕਟਰ R ਨੂੰ ਇਨ ਟਰਮ ਆਫ m1 r1 m2 ਤੇ r2। क्या टॉपिक समझ आया आपका करना किया? yes, sir. Yes, sir. Yes। सेंटर ऑफ मास दी पोजीशन लभनी आ, ठीक है। r दी वैल्यू कितनी आएगी इना नोन वेरिएबल च, ओदे लई कितों शुरू कर रहे हैं, we are assuming the two particle they should possess the internal forces, मतलब a b ਦੇ ਉੱਤੇ और b a ਦੇ ਉੱਤੇ इंटरनल फोर्सेस अप्लाई करदा पिया। ਜਿਹੜੀਆਂ a ਨੇ b ਤੇ b ਨੇ a ਤੇ ਫੋਰਸ ਲਗਾਈ ਇਹਨੂੰ ਆਪਾਂ ਨਾਮ ਇਦਾਂ ਦੇ ਦਿੰਨੇ, ठीक है जी, the force acting on A by B, ठीक है जी। इस फोर्स ਨੂੰ ਤੁਸੀਂ ਇੱਥੇ ਕਿਤੇ ਨਾਮ ਦੇ ਦਿਓ, ਇਹਨੂੰ ਆਪਾਂ ਲਿਖ ਦਿੰਨੇ F12, that read as the force acting on the first particle by the second। ਜਿਹੜੀ ਫੋਰਸ ਕਹਿੰਦਾ ਜੀ ਐਸ ਚ ਸੈਕੰਡ ਪਾਰਟੀਕਲ ਤੇ ਲੱਗੀ ਇਹਦਾ ਨਾਮ F21 ਰੱਖ ਦਿੰਨੇ, ਯਾਨੀ force acting on the second particle by the first। क्लियर है? Yes, sir. Yes, sir. दोनों ਦੇ ਦੋਨੋਂ Yes sir। ਅਸੀਂ ਡਿਫਾਈਨ ਕਰਦੇ ਪਏ ਇੱਕ ਦੂਜੇ ਤੇ ਫੋਰਸ ਲਗਾ ਰਹੇ, ਔਰ ਅਸੀਂ ਬੇਟਾ ਪਹਿਲਾਂ ਵੀ ਡਿਫਾਈਨ ਕੀਤਾ ਕਿ ਜਿਹੜੀ ਵੀ ਰਿਜਿਡ ਬਾਡੀ ਹੋਏਗੀ ਉਹਦੇ ਵਿੱਚ ਇਹ ਇੰਟਰਨਲ ਫੋਰਸਸ ਨੇ, ਐਂਡ ਵੀ ਨੋ ਇੰਟਰਨਲ ਫੋਰਸਸ ਆਲਵੇਜ਼ ਕੈਨਸਲ ਆਊਟ ਇਨ ਪੇਅਰ। ਇੰਟਰਨਲ ਫੋਰਸਸ ਜਿੰਨੀ ਇੱਕ ਨੇ ਦੂਜੇ ਤੇ ਲਾਈ ਦੂਜੇ ਨੇ ਉਨੀ ਪਹਿਲੇ ਤੇ ਲਾਈ, ਇਹ ਹਮੇਸ਼ਾ ਪੇਅਰ 'ਚ ਇੱਕ ਦੂਜੇ ਨਾਲ ਕੈਨਸਲ ਹੋ ਜਾਂਦੀਆਂ। ਉਸ ਤੋਂ ਬਾਅਦ ਅਸੀਂ ਕਹਿੰਦੇ ਫਰਸਟ ਪਾਰਟੀਕਲ ਦੇ ਉੱਤੇ ਤੁਸੀਂ ਐਕਸਟਰਨਲ ਫੋਰਸ F1 ਲਗਾਈ ਆ, ਆਪਾਂ ਫਰਸਟ ਪਾਰਟੀਕਲ ਦੇ ਆਪਣੇ ਕੋਲ ਐਕਸਟਰਨਲ ਫੋਰਸ F1 ਅਪਲਾਈ ਕੀਤੀ, ਸੈਕੰਡ ਪਾਰਟੀਕਲ ਤੇ ਜਿਹੜੀ ਐਕਸਟਰਨਲ ਫੋਰਸ ਆ ਉਹ F2 ਅਪਲਾਈ ਹੋਗੀ। ਇਨਾ ਕਲੀਅਰ ਆ? Yes, sir. Yes sir। ਫਿਗਰ ਆਪਾਂ ਨੂੰ ਜਿੰਨੀ ਚਾਹੀਦੀ ਹੈ ਜੀ, ਠੀਕ ਹੈ। ਫਿਗਰ ਆਪਣੀ ਟੋਟਲ ਐਕਸਪਲੇਨਡ ਆ ਤੇ ਟੋਟਲ ਕੰਪਲੀਟ ਆ ਫਿਗਰ। ਕਿਆ ਫਿਗਰ ਦਾ ਹਰ ਵੇਰੀਏਬਲ ਕਲੀਅਰ ਆ ਸਾਰਿਆਂ ਨੂੰ? Yes, sir. Yes sir। Yes, sir. ਹੁਣ ਇਹਦੇ ਅਕ੍ਰੋਸ ਆਪਾਂ ਸ਼ੁਰੂ ਕਿੱਥੋਂ ਕਰਨ ਲੱਗੇ, ਕਹਿੰਦਾ ਜੀ Sir, ਹਾਂਜੀ ਬੇਟਾ sir, F1, F2 बताना।
ਉਹ ਤੇ F1 ਪਹਿਲੇ ਪਾਰਟੀਕਲ ਤੇ ਐਕਸਟਰਨਲ ਫੋਰਸ ਆ, F2 ਸੈਕੰਡ ਪਾਰਟੀਕਲ ਤੇ ਐਕਸਟਰਨਲ ਆ। ਠੀਕ ਹੈ, ਅਸੀਂ ਆਪਾਂ ਕਿਹਾ ਸੀ ਨਾ ਕਿਸੇ ਵੀ ਬਾਡੀ ਤੇ ਮੈਂ ਇੰਡੀਵਿਜੂਅਲ ਜਿਹੜੀਆਂ ਫੋਰਸਿਸ ਲਗਾਵਾਂਗਾ, ਇੱਕ ਤੇ ਇੰਟਰਨਲ ਲੱਗਣੀ ਉਹਨਾਂ ਦੇ ਅੰਦਰ, ਇੱਕ ਅਸੀਂ ਐਕਸਟਰਨਲ ਫੋਰਸ ਲਾਈ। मान लो मेरे सिस्टम च मैं क्या सी 10 पार्टिकल आ, पहले ते मैं फोर्स लगाती F1, दूजे ते F2, तीजे ते F3, ये सारियां दी ਜਿਹੜੀ एक्सटर्नल फोर्स मिला के होएगी, मुड़ के अगे जाके गल करांगे ओनी टोटल फोर्स सीधी सीधी ਅਸੀਂ सेंटर ऑफ मास ते अप्लाई करिए। क्लियर है? Yes, sir. तो F1 ਤੇ F2 कोई एरो ਦੀ स्पेसिफिक ਉਹ ਹੈ ਨਹੀਂ ਕਿ ਲੋਕੇਸ਼ਨ ਕੀ ਇਦਾਂ ਹੀ ਬਣਾਉਣਾ, ਜਿੱਧਰ ਮਰਜ਼ੀ ਦਿਖਾ ਦਿਓ। ਅਸੀਂ ਦਿਖਾਇਆ ਇਹ ਆ ਕਿ A ਪਾਰਟੀਕਲ ਤੇ ਦੋ ਤਰ੍ਹਾਂ ਦੀ ਫੋਰਸਿਸ ਹੋਗੀ, एक इंटरनल और एक ए पार्टिकल ते एक्सटर्नल। ते बेटा अपन न्यूटन दे सेकंड लॉ नाल जे गल शुरू करिए ते न्यूटन दे सेकंड लॉ दे अकॉर्डिंगली की कहने कहना जी इफ सम फोर्स विल बी एक्टिंग ऑन द बॉडी, ਅਸੀਂ ਕਿਤੇ ਨਹੀਂ ਕਿਹਾ इंटरनल के एक्सटर्नल होते, ਅਸੀਂ ਕਿਹਾ जी बॉडी ते फोर्स लगे। ठीक है, if some force will be acting on the body then momentum of the body will कहना जी changes, F equal to dp by dt। गल समझ आई जो बोली मैं? Yes, sir. ਅਸੀਂ ਹੁਣ ਇਹਨੂੰ ਇਤੋਂ ਸ਼ੁਰੂ ਕਰਨ ਲੱਗੇ। ਆਪ ਉਤੇ ਸਭ ਤੋਂ ਪਹਿਲਾਂ ਜਿੰਨੇ ਵੇਰੀਏਬਲ ਆਪਾਂ ਯੂਜ਼ ਕੀਤੇ ਆ ਤੁਸੀਂ ਥਿਉਰੀ ਦੇ ਅੰਦਰ ਡਿਫਾਈਨ ਕਰਨੇ ਜ਼ਰੂਰੀ ਹੋਊਗੇ ਤੁਹਾਡੇ ਲਈ। ਸਿੱਧਾ ਜੋ ਮੈਂ ਲਿਖਣ ਲੱਗਿਆ ਇੱਥੋਂ ਨਹੀਂ ਸ਼ੁਰੂ ਕਰੂੰਗੇ। ਠੀਕ ਹੈ, ਫਸਟ ਆਫ ਆਲ ਇਹਦੇ ਸਾਰੇ ਵੇਰੀਏਬਲ ਕੰਸੀਡਰ ਅ ਸਿਸਟਮ ਕੰਸਿਸਟ ਆਫ ਟੂ ਪਾਰਟੀਕਲ masses m1 m2 which are position at a position vector r1 r2। ठीक है, let कहना जी C be the point on the line joining the two particle where center of mass will lie and R be the position vector of the कहना जी center of mass। Let F1 to F21 be the internal forces and F1 and F2 are the external forces। ये थ्योरी लिखनी जरूरी है। क्लियर है? Yes, sir. Yes, sir. जो अपन मैथमेटिकल तो शुरू करने लगे ਉਹਦੇ ਅਕੋਰਡਿੰਗ ਇਹ ਤੋਂ ਗੱਲ ਕਰਾਂਗੇ ਅਕੋਰਡਿੰਗ ਟੂ ਨਿਊਟਨ ਸੈਕੰਡ ਲਾਅ। ਨਿਊਟਨ ਦੇ ਸੈਕੰਡ ਲਾਅ ਦੇ ਅਕੋਰਡਿੰਗਲੀ ਆਪਣੇ ਕੋਲ ਕੰਡੀਸ਼ਨ ਆਏਗੀ ਅਕੋਰਡਿੰਗ ਟੂ ਨਿਊਟਨ ਸੈਕੰਡ ਲਾਅ F equal to पहले जनरल फॉर्मूला बेशक लिख दो dp by dt, यानी फोर्स इक्वल टू रेट ऑफ चेंज ऑफ मोमेंटम। हुन यही चीज फर्स्ट पार्टिकल ਲਈ ਵੀ ਲਾਵੋ, सेकंड वास्ते भी लावो। ਇਹਦਾ ਮਤਲਬ ਅਸੀਂ ਕਰਨ ਕੀ ਲੱਗੇ, ਮੈਂ ਫੇਰ ਰਿਪੀਟ ਕਰ ਰਿਹਾ, ਆਪਾਂ ਡੈਫੀਨੇਸ਼ਨ ਫੇਰ ਬੋਲਣ ਲੱਗੇ। ਆਪਾਂ ਇਹ ਡੈਫੀਨੇਸ਼ਨ ਚ ਵਰਡ ਯੂਜ਼ ਕਰਦੇ ਹਾਂ ਕਿ ਵੀ ਤੁਸੀਂ ਇੰਡੀਵਿਜੂਅਲ ਪਾਰਟੀਕਲ ਤੇ ਫੋਰਸਿਸ ਲਗਾ ਕੇ ਇੰਡੀਵਿਜੂਅਲ ਪਾਰਟੀਕਲ ਦੀ ਮੋਸ਼ਨ ਸਟੱਡੀ ਕਰ ਲਓ, ਫਿਰ ਉਹਨਾਂ ਸਾਰਿਆਂ ਦੀ ਮੋਸ਼ਨ ਦਾ ਕੰਬਾਈਨਡ ਇਫੈਕਟ ਬਣਾ ਲਓ ਤੇ ਦੂਜੇ ਪਾਸੇ ਜਿੰਨੀ ਟੋਟਲ ਫੋਰਸ ਸਾਰਿਆਂ ਤੇ ਮਿਲਾ ਕੇ ਲਾਈ ਆ ਉਨੀ ਟੋਟਲ ਫੋਰਸ ਡਾਇਰੈਕਟ ਫਿਰ ਸੈਂਟਰ ਆਫ ਮਾਸ ਤੇ ਲਾ ਕੇ ਉਹਦੀ ਮੋਸ਼ਨ ਸਟੱਡੀ ਕਰ ਲਓ। ਰਿਜ਼ਲਟ ਦੋਨਾਂ ਕੇਸਿਸ ਦੇ ਅੰਦਰ ਇਕੁਇਵਲੈਂਟ ਹੋਊਗੀ। ਇਹੀ ਇੱਕ ਲਾਈਨ ਨੂੰ ਲੈ ਕੇ ਆਪਾਂ ਪੂਰੀ ਡੈਰੀਵੇਸ਼ਨ ਬਣਾਉਣ ਲੱਗੇ ਆ ਬੇਟਾ ਕਿ ਜੇ ਮੈਂ ਹੁਣ ਫਰਸਟ ਪਾਰਟੀਕਲ ਦੀ ਗੱਲ ਕਰਾਂ, ਫਿਰ ਮੈਂ ਸੈਕੰਡ ਪਾਰਟੀਕਲ ਦੀ ਗੱਲ ਕਰਾਂ, ਫਿਰ ਮੈਂ ਇਹਨਾਂ ਨੂੰ ਕੰਬਾਈਨ ਕਰ ਲਵਾਂ, ਇਹ ਮੈਂ ਬਾਡੀ ਦੀ ਮੋਸ਼ਨ ਕੰਬਾਈਨ ਕਰਕੇ ਟੋਟਲ ਕੱਢ ਲਈ ਤੇ ਦੂਜੇ ਪਾਸੇ ਜਾ ਕੇ ਫਿਰ ਅਸੀਂ ਕਹਾਂਗੇ ਸਿੱਧੀ ਇਹ ਸਾਰੇ ਦੀ ਸਾਰੀ ਫੋਰਸ ਜਿਹੜੀ ਆ ਟੋਟਲ ਜਿੰਨੀ ਵੀ ਲੱਗੀ ਆ ਇਹ ਐਸ ਸੱਚ ਸੈਂਟਰ ਮਾਸ ਤੇ ਸਿੱਧੀ ਲਾਓ। ਹੁਣ ਉਹਨੂੰ ਇੱਥੋਂ ਸਟਾਰਟ ਕਰਦੇ ਪਏ ਫॉर ਫਰਸਟ ਪਾਰਟੀਕਲ। जैसे फर्स्ट पार्टिकल दी न्यूटन सेकंड लॉ लगा के लिखिए ते v राइट। ठीक है जी, फर्स्ट पार्टिकल ते एक फोर्स लगी F12 और सेकंड फर्स्ट पार्टिकल ते फोर्स लगी F1। इना दोनों फोर्सेस दे अंडर तोड़े फर्स्ट पार्टिकल दा मोमेंटम चेंज होएगा व्हिच इज रिटन टू बी dp1 by dt। क्या इक्वेशन समझ आई? Yes, sir. Yes, sir. चल बट इतने डिफाइन करिए बट मोमेंटम दा फार्मूला होता मास इनटू वेलोसिटी m1 v1 आजू ਇਹਨੂੰ ਇੱਥੇ ਯੂਜ਼ ਕਰਨਾ ਤੇ ਵੈਲੋਸਿਟੀ ਨੂੰ ਅਸੀਂ ਲਿਖਣਾ ਹੋਵੇ, ਵੈਲੋਸਿਟੀ ਨੂੰ ਅਸੀਂ ਇੱਥੇ ਚਲੋ ਕਰ ਰਿਹਾ ਐਂਡ ਵੈਲੋਸਿਟੀ ਨੂੰ ਅਸੀਂ ਲਿਖਣਾ ਹੋਵੇ ਤੇ ਵੈਲੋਸਿਟੀ ਹੁੰਦੀ ਡਿਸਪਲੇਸਮੈਂਟ ਬਾਈ ਟਾਈਮ। ਤੇ ਫਰਸਟ ਪਾਰਟੀਕਲ origin ਤੋਂ r1 ਡਿਸਪਲੇਸ ਹੋਇਆ ਇਸ ਲਈ ਉਹਦਾ ਮੇਰੇ ਕੋਲ ਐਸ ਐਚ v1 ਆ ਜਾਏਗਾ dr1 by dt। ਆ v1 ਦੀ ਵੈਲਿਊ ਇੱਥੇ ਪੁੱਟ ਕਰੋ, मुड़ के P1 ਦੀ ਵੈਲਿਊ ਜਿੰਨੀ ਬਣੀ ਇੱਥੇ ਪੁੱਟ ਅਪ ਕਰੋ ਤੇ देयरफॉर ਇੱਕ ਪਾਰਟੀਕਲ ਲਈ ਪੂਰਾ ਬਣਾ ਕੇ ਲਿਖਾਂਗਾ, ਦੂਜੇ ਲਈ ਸਿਮਿਲਰਲੀ ਲਿਖ ਲਾਂਗੇ ਬੇਟਾ m1 dr1 by dt। ਇਹ ਆ ਗਈ ਜੀ P1 ਦੀ ਵੈਲਿਊ ਤੇ P1 ਦੀ ਵੈਲਿਊ ਇੱਥੇ ਸਬਸਟੀਟਿਊਟ ਕਰ ਲਓ ਤੇ देयरफॉर ਆਪਣੇ ਕੋਲ ਜਿਹੜਾ SH ਆ P1 ਦੀ ਜਿੰਨੀ ਵੈਲਿਊ ਇੱਥੇ ਪੁੱਟ ਅਪ ਕਰ ਲਓ। देयरफॉर ਆਪਣੇ ਕੋਲ F12 F1 ਇੱਥੇ ਵੈਲਿਊ ਪੁੱਟ ਅਪ ਕਰਾਂ ਤੇ d by dt of P1 ਦੀ ਜਿੰਨੀ ਵੈਲਿਊ ਬਣੀ ਪੁੱਟ ਅਪ ਕਰ ਦੋ m1 dr1 by dt।
क्या इना क्लियर आ? Yes, sir. Yes, sir. हाँ जी, ਆਪਾਂ ਪਹਿਲਾਂ ਇੱਕ ਨੂੰ ਪੂਰਾ ਸਿੰਪਲੀਫਾਈ ਕਰ ਦਈਏ ਬੇਟਾ, ਫਿਰ ਦੂਜੀ ਇਕੁਏਸ਼ਨ ਸਿੱਧੀ ਲਿਖ ਦਾਂਗੇ। ਹੁਣ ਜੇ ਇਸੇ ਚੀਜ਼ ਨੂੰ ਆਪਾਂ ਅੱਗੇ ਲਿਖੀਏ ਤਾਂ d/dt ਦਾ ਕੰਬਾਈਨ ਕਰਕੇ ਟਰਮ ਬਣ ਜਾਏਗੀ f12 plus f1 equal to m1 into d2 r1 by dt square। ठीक है, d/dt ਤੇ d/dt ਮੈਂ ਦੋ ਵਾਰੀ ਡਿਫਰੈਂਸ਼ੀਏਸ਼ਨ ਕੀਤੀ r1 ਦੀ, ਆ ਇਕੁਏਸ਼ਨ ਬਣ ਜਾਓ। ਆ ਕਲੀਅਰ ਆ ਸਾਰਿਆਂ ਨੂੰ? Sir, dr r square ਆ। दो बारी डिफरेंशिएशन हुई है d2 r1 by dt square। क्लियर है? Yes, sir. Yes, sir. ਇਹ ਹੁਣ ਫਰਸਟ ਪਾਰਟੀਕਲ ਲਈ ਆਪਣੇ ਕੋਲ ਇੱਕ ਇਕੁਏਸ਼ਨ ਬਣ ਗਈ। ਇਦਾਂ ਅਸੀਂ ਸੈਕੰਡ ਪਾਰਟੀਕਲ ਤੇ ਵੀ ਫੋਰਸ ਲਾਈ ਆ ਤੇ ਸਿਮਿਲਰਲੀ ਸੈਕੰਡ ਵਾਸਤੇ ਸਿੱਧਾ ਲਿਖ ਦੋ ਸਿਮਿਲਰਲੀ ਫॉर ਸੈਕੰਡ ਪਾਰਟੀਕਲ। ਜੇ ਆਪਾਂ ਸੈਕੰਡ ਪਾਰਟੀਕਲ ਵਾਸਤੇ ਇਹੀ ਇਕੁਏਸ਼ਨ ਲਿਖਣੀ ਹੋਵੇ ਬੇਟਾ, ਸੈਕੰਡ ਪਾਰਟੀਕਲ ਤੇ ਇੰਟਰਨਲ ਫੋਰਸ F21 ਲੱਗੀ, ठीक है जी, प्लस F2 ਉਹਦੇ ਤੇ ਐਕਸਟਰਨਲ ਫੋਰਸ ਲੱਗੀ। ਇਹਦੇ ਨਾਲ ਸੈਕੰਡ ਪਾਰਟੀਕਲ ਦੀ ਇਕੁਏਸ਼ਨ ਬਣ ਗਈ m2 d2 r2 over dt square। ਆ ਮੇਰੇ ਕੋਲ ਫਰਸਟ ਪਾਰਟੀਕਲ ਹੀ ਆਈ, ਆ ਮੇਰੇ ਕੋਲ ਸੈਕੰਡ ਲਈ ਆਈ। क्या इन्नी गल क्लियर आ? Yes, sir. Yes, sir। Yes, sir. ਆਪਾਂ ਇਸ ਵੇਲੇ ਫਰਸਟ ਪਾਰਟੀਕਲ ਦੀ ਮੋਸ਼ਨ ਇੰਨਾ ਸਟੱਡੀ ਕਰਦੇ ਪਏ, ਸੈਕੰਡ ਪਾਰਟੀਕਲ ਦੀ ਮੋਸ਼ਨ ਇੰਨਾ ਸਟੱਡੀ ਕਰਦੇ ਪਏ। ਅਸੀਂ ਕਿਹਾ ਸੀਗਾ ਜੀ ਫਿਰ ਮਿਲਾ ਕੇ ਟੋਟਲ ਬਾਡੀ ਦੀ ਮੋਸ਼ਨ ਸਟੱਡੀ ਕਰੋ, ਠੀਕ ਹੈ। ਫਿਰ ਚੱਲਾਂਗੇ ਸੈਂਟਰ ਮਾਸ ਤੇ। ਹੁਣ ਪੂਰੀ ਬਾਡੀ ਦੀ ਜੇ ਮੈਂ ਮੋਸ਼ਨ ਸਟੱਡੀ ਕਰਨੀ ਤਾਂ ਮੇਰੀ ਬਾਡੀ 'ਚ ਅਸੀਂ ਮੰਨਿਆ ਸਿਰਫ ਦੋ ਹੀ ਪਾਰਟੀਕਲਸ ਨੇ, ਦੋਨਾਂ ਦੀ ਮਿਲਾ ਕੇ ਮੋਸ਼ਨ ਸਟੱਡੀ ਕਰਨੀ ਤੇ ਇਹਨਾਂ ਦੋਨਾਂ ਨੂੰ ਕਰੋ ਐਡ 1 and 2 ਐਡ 1 and 2, ठीक है जी। जे 1 and 2 ऐड करा तो मेरे को टर्म आ जाएगी देयरफॉर f12 plus f1 plus f21 plus f2 इक्वल टू इधरली साइड ऐड करा लो m1 into d2 r1 by dt square plus m2 into d2 r2 by dt square। क्या इतना क्लियर है जी? Yes, sir. Yes, sir। Yes, sir. Yes, sir. ਤੇ ਸਟ੍ਰੈਸ ਦੇ ਰਿਹਾ ਜੋ ਡੈਫੀਨੇਸ਼ਨ ਹੈ ਨਾ ਤੁਸੀਂ ਉਹਨੂੰ ਸੋਚ ਕੇ ਹੀ ਸਾਰੇ ਸਟੈਪ ਬਣਾਉਣੇ ਪਏ। ਹੁਣ ਇੱਥੋਂ ਚੱਲੀਏ ਤੇ ਆਪਣੇ ਅਗਲੇ ਵਰਡ ਆ ਜਾਓ f12 ਤੇ f21 ਮੇਰੇ ਕੀ ਨੇ? Equal and External opposite. force. opposite। ਹੈਗਾ ਨਾ, ਇਕੁਅਲ ਐਂਡ ਆਪੋਜ਼ਿਟ ਹੈ। ਯਾਨੀ ਆਪਾਂ ਜੇ ਇੱਥੇ ਡਿਫਾਈਨ ਕਰੀਏ here f12 plus f21 ਇਹਦੀ ਨੈਟ ਵੈਲਿਊ 0 ਆ ਜਾਓ। Yes, sir। Yes, Yes. sir. Yes, sir। ਇਕੁਅਲ ਐਂਡ ਆਪੋਜ਼ਿਟ ਆ ਤੇ ਦਵਾ ਮਿਲਾ ਕੇ ਉਹਨਾਂ ਦੀ ਟੋਟਲ ਵੈਲਿਊ 0 ਆ ਗਈ। ਇਦਾਂ ਹੀ f1 ਤੇ f2 ਕੀ ਸੀ ਮੇਰੇ? External. External forces. ਤੁਸੀਂ ਕਿਹਾ ਸੀ ਸਿਸਟਮ ਦੀ ਟੋਟਲ ਐਕਸਟਰਨਲ ਫੋਰਸ ਕੱਢ ਲਓ। ਇਹਦਾ ਮਤਲਬ ਇਹਦੇ ਨਾਲ ਹੀ ਡਿਫਾਈਨ ਕਰ ਦਿੰਨੇ ਐਂਡ f1 ਵੈਕਟਰ plus f2 ਵੈਕਟਰ that gives the ਕਿੰਨਾ ਜੀ ਰਿਜ਼ਲਟੈਂਟ ਫੋਰਸ f। ਇਹਦਾ ਮਤਲਬ ਦੋਨਾਂ ਨੂੰ ਮਿਲਾ ਕੇ ਸਿਸਟਮ ਦੀ ਟੋਟਲ ਰਿਜ਼ਲਟੈਂਟ ਫੋਰਸ ਆ ਗਈ, ਇਹਨਾਂ ਦੋਨਾਂ ਨੂੰ ਮਿਲਾ ਕੇ ਸਿਸਟਮ ਦੀ ਟੋਟਲ ਇੰਟਰਨਲ ਫੋਰਸ ਆ ਗਈ। ਜੇ ਮੈਂ ਇੱਥੇ ਸਬਸਟੀਟਿਊਟ ਕਰਾਂ ਤੇ ਆ ਮੇਰੀਆਂ ਦੋ ਟਰਮ ਦੀ ਸਮ ਟੋਟਲ 0 ਤੇ f1 plus f2 ਨੂੰ ਅਸੀਂ f ਡਿਫਾਈਨ ਕਰ ਦਈਏ ਤੇ देयरफॉर ਆ ਲੈਫਟ ਹੈਂਡ ਸਾਈਡ ਮੇਰੀ ਜਿਹੜੀ ਆ ਇਹ f ਦੇ ਇਕੁਅਲ ਆ ਜੂ। f ਲਿਖ ਕੇ ਇਹਨੂੰ ਜੇ ਆਪਾਂ ਡਿਫਾਈਨ ਕਰ ਲਈਏ ਇਹਨੂੰ ਇਦਾਂ ਲਿਖ ਦਿੰਦੇ d2 by dt square of m1 r1 plus d2 by dt square of m2 into r2। क्या इतना क्लियर है पहलो? Yes, sir। Sir, हाँ जी बच्चे। sir, F vector external force on C है। नहीं पुत्र ਆਪਾਂ ਹਜੇ ਆਪਾਂ ਤੀਜੇ ਪੁਆਇੰਟ ਤੇ ਪਹੁੰਚੇ ਨਹੀਂ ਹੋ, ਆਪਾਂ ਸੈਂਟਰ ਮਾਸ ਤੇ ਨਹੀਂ ਹਜੇ ਪਹੁੰਚੇ। ਡੈਫੀਨੇਸ਼ਨ ਫਿਰ ਰਿਪੀਟ ਕਰ ਰਿਹਾ, ਆਪਾਂ ਕਦੋਂ ਸੈਂਟਰ ਮਾਸ ਦੀ ਲੋੜ ਪਈ? ਆਪਾਂ ਕਿਹਾ ਜੀ ਆਪਣੀ ਗਿਵਨ ਬਾਡੀ ਦੇ ਅੰਦਰ ਜਿੰਨੇ ਵੀ ਪਾਰਟੀਕਲਸ ਨੇ ਤੁਸੀਂ ਪਹਿਲਾਂ ਹਰ ਇੰਡੀਵਿਜੂਅਲ ਪਾਰਟੀਕਲ ਤੇ ਮੋਸ਼ਨ ਸਟੱਡੀ ਕਰੋ। ਇਹਦੀ ਇਕੁਏਸ਼ਨ ਅਸੀਂ ਫਰਸਟ ਪਾਰਟੀਕਲ ਦੀ ਮੋਸ਼ਨ, ਇਹਦੇ ਨਾਲ ਅਸੀਂ ਸੈਕੰਡ ਦੀ ਮੋਸ਼ਨ ਲਿੱਤੀ। ਫਿਰ ਕਹਿੰਦਾ ਇਦਾਂ ਕਰੋ ਜਿੰਨੀ ਫੋਰਸ ਤੁਸੀਂ ਇੰਡੀਵਿਜੂਅਲ ਤੇ ਲਾਈ ਆ ਉਹਨਾਂ ਦੀ ਮਿਲਾ ਕੇ ਟੋਟਲ ਫੋਰਸ ਦੇਖੋ ਕਿੰਨੀ ਬਣੀ। ਉਹ ਚ ਇੰਟਰਨਲ ਜਿੰਨੀਆਂ ਵੀ ਫੋਰਸਿਸ ਆਣਗੀਆਂ ਤੁਹਾਡੇ ਸਿਸਟਮ ਚ ਜਿੰਨੇ ਵੀ ਪਾਰਟੀਕਲ ਆ ਉਹਨਾਂ ਦੀ ਇੰਟਰਨਲ ਤੇ ਕਹਿੰਦਾ ਵੀ ਕੈਨਸਲ ਹੀ ਹੋ ਜਾਣੀ।
एक्सटर्नल जिन्नी जिन्नी मिला के इंडिविजुअल ते लाई आ ओदा टोटल कढ लो अपनी F1 प्लस F2 मिला के टोटल F एक्सटर्नल बन गई है ना। वो कहना जी F फोर्स तुसी पूरी सिस्टम च वरती आ दोनों पार्टिकल दी मोशन नूं मिला के स्टडी करन लई। हुण इहदे अकॉर्डिंगली की करो यही F फोर्स हुण अगे जाके डायरेक्ट सेंटर ऑफ मास वाली थां ते ला दिओ ते फिर सेंटर ऑफ मास दी उसे F फोर्स दे नाल मोशन स्टडी करो। तो कहना F फोर्स ना जो मोशन सेंटर ऑफ मास दी आई आ ते जिहड़ी इधरों मिला के दोनों पार्टिकल दी मिला के अपने कोल मोशन बनी है वो आपस में सेम रिजल्ट प्रोड्यूस करती है। ਇਹਦਾ मतलब ये हो गया जे सेम प्रोड्यूस करती मेरी बॉडी जिहड़ी 10 पार्टिकल तो बनी मैं वारी-वारी या वखरे-वखरे 10 पार्टिकल दी मोशन क्यों स्टडी करा औखा होएगा। सीधी तुसी उस बॉडी दा सेंटर ऑफ मास दी कहना भी मोशन स्टडी कर लो वो पूरी बॉडी दी मिला के वही मोशन का इफेक्ट बनाएगी ਜਿਹੜੇ 10 पार्टिकल ने मिल के बनाना सी। गल समझ आ रही? Yes, Yes, sir. sir. चलो हुण इत्थे तक चलिए ते अपने कोल इस मोमेंट ते जिन्नी गल करदे पे ये सॉरी इत्थे तक गल कंटिन्यू करा तो जिन्नी आपां बेटा मोशन दी गल करदे पे ये पूरे सिस्टम दी कहंदा जी जिहड़ा दो पार्टिकल तो बनया ओदी मोशन आ इहनूं सिंपलीफाई करके लास्ट स्टेप पे आपां आ बना के लिख दांगे which implies F equal to d2 by dt square दोनों चो कॉमन करके लिख दियो d2 by dt square of m1 r1 plus m2 r2। आ मेरे को एज सच मेरे दो इंडिविजुअल पार्टिकल दी मिला के मोशन दा इफेक्ट आ गया। क्या इतना समय लग गया? Yes, Yes, sir. sir. Yes, sir. इन्ने च कोई डाउट है तो एक बारी बोल दो भाई। No, sir. क्या सारे नु क्लियर है ना? Yes, sir. Yes, sir. Yes, sir. टाइम कितना हो गया? कोई टाइम तो रह गया।